Hello students. Now today we will discuss part 2 of lesson 6. So lesson 6 is early kingdoms in India है ना इंडिया ਦੇ ਵਿੱਚ ਭਾਰਤ ਦੇ ਜੋ ਪ੍ਰਾਚੀਨ ਸਮੇਂ ਦੇ ਜੋ ਰਾਜ ਸੀ ਉਸ ਬਾਰੇ ਅਸੀਂ ਪੜ੍ਹ ਰਹੇ ਹਾਂ। ਤਾਂ ਹੁਣ ਅਸੀਂ ਗੱਲ ਕਰਾਂਗੇ ਸੁਸਾਇਟੀ ਸਮਾਜ। ਸੁਸਾਇਟੀ ਕੀ ਹੁੰਦਾ ਹੈ? ਸਮਾਜ। ਤਾਂ ਪੁਰਾਣੇ ਸਮੇਂ ਵਿੱਚ ਸਮਾਜ ਕਿਸ ਤਰ੍ਹਾਂ ਸੀ ਸੋ ਉਸ ਬਾਰੇ ਅਸੀਂ ਇਸ ਵਿੱਚ ਡਿਸਕਸ ਕਰਾਂਗੇ। The society was divided into 4 groups called varnas. ਸੋ ਕਹਿੰਦੇ ਕਿ ਸੁਸਾਇਟੀ ਜੋ ਸਮਾਜ ਸੀ ਉਸਨੂੰ 4 ਸਮੂਹਾਂ ਵਿੱਚ ਵੰਡਿਆ ਗਿਆ ਸੀ ਜਿਸ ਨੂੰ ਵਰਨ ਕਿਹਾ ਜਾਂਦਾ ਸੀ। These were Brahmins, Kshatriyas, Vaishyas and Shudras. ਇਹ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ ਸਨ। ਇਹ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਸਮੂਹਾਂ ਵਿੱਚ। Each varna was assigned a different set of work or functions. ਇਹ 4 ਕੀ ਨੇ? ਵਰਨ ਦੇ ਵਿੱਚ ਆਉਂਦੇ ਨੇ। ਸੋ ਹਰੇਕ ਵਰਨ ਨੂੰ ਅਲੱਗ-ਅਲੱਗ ਕੰਮ ਜਾਂ ਕਾਰਜਾਂ ਦਾ ਇੱਕ ਵੱਖਰਾ ਸਮੂਹ ਸੌਂਪਿਆ ਗਿਆ ਸੀ। Brahmins belonged to the first varna and their duty was to study and teach the Vedas. ਬ੍ਰਾਹਮਣ ਪਹਿਲੇ ਵੇਦਾਂ ਨਾਲ ਸੰਬੰਧਿਤ ਸਨ ਨਾ। ਪਹਿਲੇ ਵਰਨ ਦੇ ਪਹਿਲੇ ਗਰੁੱਪ ਵਿੱਚ ਬ੍ਰਾਹਮਣ ਆਉਂਦੇ ਸੀ। ਸੋ ਉਹਨਾਂ ਦਾ ਫਰਜ਼ ਇਹ ਸੀ ਕਿ ਵੇਦਾਂ ਦਾ ਅਧਿਐਨ ਕਰਨਾ ਐਂਡ ਟੀਚ ਦਾ ਵੇਦਾਸ। ਅਧਿਐਨ ਕਰਨਾ, ਸਟੱਡੀ ਕਰਨਾ ਵੀ ਤੇ ਟੀਚ ਯਾਨੀ ਕਿ ਸਿਖਾਉਣਾ। ਟੂ ਪਰਫੋਰਮ ਸੈਕਰੀਫਾਈਸਿਸ ਐਂਡ ਟੂ ਰਿਸੀਵ ਗਿਫਟਸ ਅਤੇ ਹੋਰ ਕੀ ਸੀ? ਬਲੀਦਾਨ ਦੇਣਾ ਅਤੇ ਉਪਹਾਰ ਪ੍ਰਾਪਤ ਕਰਨਾ। ਇਹ ਉਹਨਾਂ ਦਾ ਜੋ ਸੀ ਫਰਜ਼ ਸੀ। ਕਿਹਨਾਂ ਦਾ? ਬ੍ਰਾਹਮਣਸ ਦਾ। ਸੋ ਅਸੀਂ ਇੱਥੇ ਦੇਖ ਰਹੇ ਹਾਂ ਦਿਸ ਇਜ਼ ਦਾ ਵਰਨਾ ਸਿਸਟਮ। ਸਭ ਤੋਂ ਪਹਿਲਾਂ ਬ੍ਰਾਹਮਣਸ ਵਰ ਇੰਡੀਆਜ਼ ਪ੍ਰੀਸਟ ਐਂਡ ਵਰ ਸੀਨ ਐਜ਼ ਅ ਹਾਈਐਸਟ। ਸਭ ਤੋਂ ਉੱਚ ਵਰਗ ਦੇ ਕੁਲ ਦੇ ਮੰਨੇ ਜਾਂਦੇ ਸੀ ਉਸ ਸਮੇਂ ਦੌਰਾਨ। ਸਮਾਜ ਦੇ ਵਿੱਚ ਸਭ ਤੋਂ ਉੱਚਾ ਰੱਖਿਆ ਗਿਆ ਸੀ ਬ੍ਰਾਹਮਣਸ ਨੂੰ। ਇੰਡੀਆ ਦੇ ਯਾਨੀ ਕਿ ਭਾਰਤ ਦੇ ਪੁਜਾਰੀ ਜੋ ਸਭ ਇਸ ਦੇ ਵਿੱਚ ਆਉਂਦੇ ਸਨ ਬ੍ਰਾਹਮਣਸ ਦੇ ਵਿੱਚ। ਸੋ ਨੈਕਸਟ ਅਸੀਂ ਦੇਖ ਰਹੇ ਹਾਂ ਕਸ਼ਤਰੀਆ। ਦੇ ਵਰ ਰੂਲਰਸ ਐਂਡ ਵਾਰੀਅਰਸ। ਸੋ ਇਸ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ, ਲੜਾਈਆਂ ਲੜੀਆਂ, ਬਹਾਦਰ ਜੋ ਸੂਰਮੇ ਸੀ ਉਹ ਆਉਂਦੇ ਸੀ ਕਸ਼ਤਰੀਆਸ ਦੇ ਵਿੱਚ। ਸੋ ਇਹ ਸੈਕਿੰਡ ਨੰਬਰ 'ਤੇ ਹੈ। ਦੈਨ ਉਸ ਤੋਂ ਬਾਅਦ ਥਰਡ ਨੰਬਰ 'ਤੇ ਜੋ ਗਰੁੱਪ ਉਹਨਾਂ ਨੇ ਵੰਡਿਆ ਵਰਨਾ ਦਾ ਉਹ ਸੀ ਵੈਸ਼ਿਆਸ ਦਾ। ਸੋ ਉਸ ਦੇ ਵਿੱਚ ਸੀ ਕਿ ਫਾਰਮਰਸ ਖੇਤੀਬਾੜੀ ਕਰਨ ਵਾਲੇ, ਕਰਾਫਟਸ ਪੀਪਲ ਹੋ ਗਏ ਐਂਡ ਟਰੇਡਰਸ ਅਤੇ ਵਪਾਰ ਕਰਨ ਵਾਲੇ, ਉਹ ਸਭ ਵੈਸ਼ਿਆਸ ਦੇ ਵਿੱਚ ਆਉਂਦੇ ਸੀ। ਦੈਨ ਲਾਸਟ ਵਿੱਚ ਜੋ ਫੋਰਥ ਨੰਬਰ 'ਤੇ ਵਰਨਾ ਸਿਸਟਮ ਦੇ ਵਿੱਚ ਹੈ ਸ਼ੂਦਰਾਸ। ਸ਼ੂਦਰਾਸ ਵਰ ਵਰਕਰਸ ਐਂਡ ਸਰਵੈਂਟਸ। ਸੋ ਜਿੰਨੇ ਵੀ ਦਾਸ, ਦਾਸੀਆਂ, ਸਰਵੈਂਟ ਹੋ ਗਏ ਉਹ ਸਭ ਸ਼ੂਦਰ ਕੁਲ ਦੇ ਵਿੱਚ ਮੰਨੇ ਜਾਂਦੇ ਸੀ। ਨਾਓ ਵਿਲ ਟਾਕ ਅਬਾਊਟ ਨੈਕਸਟ। ਅਸੀਂ ਹੁਣ ਇੱਥੇ ਗੱਲ ਕੀਤੀ ਹੈ ਬ੍ਰਾਹਮਣਸ ਬਾਰੇ। ਹੁਣ ਅਸੀਂ ਕਸ਼ਤਰੀਆਸ ਬਾਰੇ ਪੜ੍ਹਾਂਗੇ। ਨਾਓ ਕਸ਼ਤਰੀਆਸ ਬਿਲੋਂਗਡ ਟੂ ਦਾ ਸੈਕਿੰਡ ਵਰਨਾ ਸੀ। ਜਿਸ ਤਰ੍ਹਾਂ ਹੁਣ ਪਿਕਚਰ ਦੇ ਵਿੱਚ ਦੇਖਿਆ ਵੀ ਕਸ਼ਤਰੀਆ ਦੂਸਰੀ ਵਰਨ ਦਾ ਹਿੱਸਾ ਸੀ ਹੈ ਨਾ। ਦੇ ਵਰ ਦਾ ਰੂਲਰਸ। ਉਹ ਸ਼ਾਸਕ ਸਨ। ਜਿਸ ਤਰ੍ਹਾਂ ਅਸੀਂ ਦੇਖਿਆ ਦੇ ਫੌਟ ਬੈਟਲਸ ਐਂਡ ਪ੍ਰੋਟੈਕਟਡ ਪੀਪਲ। ਉਹਨਾਂ ਨੇ ਲੜਾਈਆਂ ਲੜੀਆਂ ਅਤੇ ਲੋਕਾਂ ਦੀ ਰੱਖਿਆ ਕੀਤੀ। ਸੋ ਇਹ ਹੋ ਗਏ ਸੈਕਿੰਡ ਵਰਨ ਹੈ ਨਾ ਕਸ਼ਤਰੀਆ। ਉਸ ਤੋਂ ਬਾਅਦ ਹੈ ਵੈਸ਼ਿਆਸ ਔਰ ਵਿਸ਼। ਜੋ ਵੈਸ਼ਿਆ ਜਾਂ ਵਿਸ਼ ਹੈ ਨਾ ਬਿਲੋਂਗਡ ਟੂ ਦਾ ਥਰਡ ਵਰਨਾ। ਇਹ ਤੀਸਰੇ ਵਰਨ ਨਾਲ ਸੰਬੰਧਿਤ ਸਨ। ਦੇ ਇਨਕਲੂਡਡ ਇਹਨਾਂ ਦੇ ਵਿੱਚ ਕੌਣ ਕੌਣ ਸਨ? ਟਰੇਡਰਸ ਯਾਨੀ ਕਿ ਵਪਾਰੀ ਹੋ ਗਏ, ਫਾਰਮਰਸ ਕਿਸਾਨ ਐਂਡ ਹਰਡਰਸ ਅਤੇ ਪਸ਼ੂ ਪਾਲਕ ਸ਼ਾਮਲ ਸਨ। ਬੋਥ ਵੈਸ਼ਿਆਸ ਐਂਡ ਕਸ਼ਤਰੀਆਸ ਕੁਡ ਪਰਫੋਰਮ ਸੈਕਰੀਫਾਈਸਿਸ। ਕਹਿੰਦੇ ਜਿਹੜੇ ਵੈਸ਼ਿਆਸ ਹੋ ਗਏ ਜੋ ਥਰਡ ਨੰਬਰ 'ਤੇ ਆਏ ਅਤੇ ਜੋ ਕਸ਼ਤਰੀਆ ਜੋ ਸੈਕਿੰਡ ਨੰਬਰ ਵਾਲੇ ਸੀ ਦੇ ਕੁਡ ਪਰਫੋਰਮ ਸੈਕਰੀਫਾਈਸਿਸ। ਇਹ ਦੋਵੇਂ ਕੁਰਬਾਨੀਆਂ ਕਰ ਸਕਦੇ ਸਨ। ਨਾਓ ਨੈਕਸਟ ਸ਼ੂਦਰਾਸ। ਸ਼ੂਦਰ ਜੋ ਜਾਤੀ ਵਾਲੇ ਦੇ ਬਿਲੋਂਗ ਟੂ ਦ ਲਾਸਟ ਵਰਨ। ਸ਼ੂਦਰ ਆਖਰੀ ਵਰਨ ਨਾਲ ਸੰਬੰਧਿਤ ਸਨ। ਦੇਅਰ ਡਿਊਟੀ ਵਾਸ ਉਹਨਾਂ ਦਾ ਜੋ ਫਰਜ਼ ਸੀ ਕੀ ਸੀ? ਟੂ ਕਿ ਸਰਵ ਦ ਅਪਰ 3 ਗਰੁੱਪਸ ਐਂਡ ਦੇ ਵਰ ਨਾਟ ਅਲਾਉਡ ਟੂ ਪਰਫੋਰਮ ਐਨੀ ਰਿਚੁਅਲ। ਸੋ ਜਿਹੜੇ ਅਸੀਂ ਹੁਣ 3 ਗਰੁੱਪ ਪੜ੍ਹੇ ਨੇ ਕਿਹੜੇ ਕਿਹੜੇ ਪੜ੍ਹੇ ਹੈ? ਬ੍ਰਾਹਮਣਸ, ਕਸ਼ਤਰੀਆਸ ਅਤੇ ਵੈਸ਼ਿਆਸ। ਤਾਂ ਇਹਨਾਂ ਦਾ ਕੀ ਫਰਜ਼ ਸੀ ਵੀ ਤਿੰਨੋਂ ਸਮੂਹਾਂ ਦੀ ਸੇਵਾ ਇਹਨਾਂ ਨੇ ਕਰਨੀ ਹੁੰਦੀ ਸੀ। ਐਂਡ ਦੇ ਵਰ ਨਾਟ ਅਲਾਉਡ ਟੂ ਪਰਫੋਰਮ ਐਨੀ ਰਿਚੁਅਲ। ਅਤੇ ਉਹਨਾਂ ਨੂੰ ਕਿਸੇ ਵੀ ਰਿਚੁਅਲ ਕੀ ਹੁੰਦਾ? ਰਿਵਾਜ਼, ਰੀਤੀ ਰਿਵਾਜ਼, ਰਸਮਾਂ ਨਿਭਾਉਣ ਦੀ ਆਗਿਆ ਨਹੀਂ ਸੀ। ਵੂਮੈਨ ਵਰ ਆਲਸੋ ਗਰੁੱਪਡ ਵਿਦ ਦ ਸ਼ੂਦਰਾਸ। ਜਿਹੜੀਆਂ ਔਰਤਾਂ ਸਨ ਉਹਨਾਂ ਨੂੰ ਵੀ ਉਹਨਾਂ ਨੇ ਸ਼ੂਦਰ ਦੇ ਉਸਦੇ ਵਿੱਚ ਰੱਖਿਆ ਸੀ, ਗਰੁੱਪ ਦੇ ਵਿੱਚ, ਸਮੂਹ ਵਿੱਚ ਰੱਖਿਆ ਗਿਆ ਸੀ ਔਰਤਾਂ ਨੂੰ। ਬੋਥ ਵੂਮੈਨ ਐਂਡ ਸ਼ੂਦਰਸ ਵਰ ਨਾਟ ਅਲਾਉਡ ਟੂ ਸਟੱਡੀ ਦ ਵੇਦਾਸ। ਅਤੇ ਦੇਖੋ ਦੋਵੇਂ ਔਰਤਾਂ ਅਤੇ ਸ਼ੂਦਰਾਂ ਨੂੰ ਵੇਦਾਂ ਦਾ ਅਧਿਐਨ ਕਰਨ ਦੀ ਆਗਿਆ ਨਹੀਂ ਸੀ। ਕਿਉਂਕਿ ਅਸੀਂ ਜਿਸ ਤਰ੍ਹਾਂ ਕਿ ਸੁਣਿਆ ਹੈ ਕਿ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਜ਼ਿਆਦਾਤਰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ। ਔਰਤਾਂ 'ਤੇ ਕਾਫੀ ਸਖਤਾਈ ਕੀਤੀ ਜਾਂਦੀ ਸੀ। ਸੋ ਇਸੇ ਤਰ੍ਹਾਂ ਉਹਨਾਂ ਨੇ ਸ਼ੂਦਰ ਦੇ ਵਿੱਚ ਔਰਤਾਂ ਨੂੰ ਰੱਖਿਆ ਸੀ ਜਿਨ੍ਹਾਂ ਨੂੰ ਨਾ ਹੀ ਕੋਈ ਵੇਦ ਵਗੈਰਾ ਪੜ੍ਹਨ ਦੀ ਆਗਿਆ ਸੀ, ਨਾ ਹੀ ਕੋਈ ਰਸਮ ਰੀਤੀ ਰਿਵਾਜ ਕਰਨ ਦੀ ਆਗਿਆ ਸੀ। ਅਤੇ ਉਹਨਾਂ ਨੂੰ ਸ਼ੂਦਰਾਂ ਨਾਲ ਰੱਖਿਆ ਗਿਆ ਸੀ।
द वर्ण सिस्टम वॉज बेस्ड ऑन बर्थ। ये जो वर्ण प्रणाली जो असी देखा ये बर्थ ते बेस सी, यानी कि जन्म के आधार ते आधारित सी, जन्म ते आधारित सी। फॉर एग्जाम्पल उदाहरण के तौर पर इफ वनस फादर एंड मदर वर क्षत्रिया, देखो उदाहरण के तौर पर जे किसी का पिता या माता क्षत्री होंदे सी, द वन वुड ऑटोमैटिकली बिकेम अ क्षत्रिय, तो ऑटोमैटिकली की अपने आप ही पता ही है सानू कि जो अगों जो उसका बच्चा होएगा वो भी उसे ही जात का मन्निया जाता है ना। सो उसे तरीके नाल ही सी। पीपल हू हैल्प्ड परफॉर्म बूरियल्स एंड क्रीमेशनस। सो हुण कहंदे भी वो लोग जो जिन्हां लोगों ने बफियाल अते संस्कार करने विच सहायता की, वो लोग हंटर्स एंड गैदरर्स, या जो लोग शिकारी करते शिकार वगैरह करते सी या इकट्ठा करते सी ना, भोजन इकट्ठा करने वाले हो गए, शिकारी हो गए वो सब। एंड सम क्राफ्ट परसनस, कुछ शिल्पकारी करने वाले व्यक्ति, दे वर क्लासीफाइड एज अनटचेबल्स। हुण ये जो सन इन्हों की किहड़े उहदे विच रखा गया सी, उन्होंने अछूत वजों श्रेणीबद्ध किया गया सी, भी अछूत ना हथ नहीं लाउणा है ना, अछूत श्रेणीबद्ध किया गया सी। एनी कॉन्टैक्ट विद दीज पीपल, कोई भी जे इन्हां नाल संपर्क रखता है और ग्रुप्स या इन्हां दे समूहां नाल या इन्हां लोकां नाल किसी भी संपर्क करने वाले नूं कंसीडर्ड पॉल्यूटिंग, तो उन्होंने की कहा जाता सी, भी प्रदूषित मन्निया जाता सी, भी तो प्रदूषित हो गया, तो इस तरीके नाल मन्निया जाता सी। एज टाइम पासड दिस सिस्टम बिकेम हेरिडिटरी एंड रिजिड। सो ज्यों ज्यों इहदे समा लंघदा गया ये प्रणाली खानदानी अते कट्टड़ हो गई। दिस बर्थ बेस्ड वर्ण सिस्टम वॉज नॉट लाइक बाय द लोअर वर्नस। तो लोअर जिहड़े नीचले शूदर हो गए तो जिस तरह वैश्यास वाले, सो ये कहते उन्होंने पसंद नहीं सी, हेठले वर्णों द्वारा पसंद नहीं की गई सी जो ये प्रणाली सी, जन्म आधारित वर्ण प्रणाली जो सी। सो नैक्सट है ट्रेड, यानी कि व्यापार। हुण असीं व्यापार बारे गल करांगे। इंट्रोडक्शन ऑफ मनी, हुण पैसों की शुरुआत ने प्लेड अ वेरी इंपॉर्टेंट रोल इन द डिवेलपमेंट ऑफ ट्रेड। सो उसके व्यापार के विकास में बहुत महत्वपूर्ण भूमिका निभाई इसने। अर्लीयर पहला ट्रेड हैड बीन कैरिड थ्रू बार्टर, पहला व्यापार वट्टे सट्टे नाल किया जाता सी। द इंट्रोडक्शन ऑफ पंच मार्क्ड कॉइनस, सो कहते कि जो एक आप ठप्पा लगाया होंदा है ना, चिन्ह के सिक्के जो हो गए, मेड ऑफ सिल्वर एंड कॉपर, चांदी के तांबे के बने हुए, लैड टू एन इनक्रीज इन ट्रेड, उन्होंने नाल कारोबार की शुरुआत के नाल व्यापार दे विच वाधा होया। इनलैंड ट्रेड वॉज गुड एंड वेल डिवेलप्ड, सो अंतरराष्ट्रीय व्यापार चंगा ते विकसित सी। गुड्स वर ट्रांसपोर्टेड एंड सेंट फार एंड वाइड, सो हुण जिहड़ा समान सी उसकी ढोआ ढवाई की जाती सी ते दूर दूर दराडे भेजे जाते सी समान। सो ड्यूरिंग दिस पीरियड, इस समय दौरान, इस म्याद के दौरान अ नैटवर्क ऑफ रोड्स एंड ब्रिजेस वॉज कंस्ट्रक्टेड, इस समय दौरान ही कहते सड़कों के पुलों का एक नैटवर्क बनाया गया सी। दिस लैड टू द डिवेलपमेंट ऑफ ट्रेड, सो इस दे नाल व्यापार का विकास होया। सी रूट्स वर आल्सो यूज्ड बाय द ट्रेडर्स, समुद्री रस्ते भी व्यापारी वरतते सन, समुद्री रस्तियां वालों भी उन्होंने वालों वरते गए व्यापार करने लई। परफ्यूम्स हो गए, अतर, इवोरी यानी कि हाथी दे दंद, सिल्क, रेशम एंड मुस्लिम क्लोथ, मुस्लिम कपड़े वर द मेन आर्टिकल्स ऑफ ट्रेड, ये मुख्य वस्तां सन व्यापार दियां। नाउ केस स्टडी मगध, हुण असीं मगध बारे पढ़ांगे कुछ। आफ्टर इट्स फॉर्मेशन कहते इसके बनन तो बाद मगध बिकेम द मोस्ट इंपॉर्टेंट महाजनपद विद इन 200 ईयर्स। सो कहते कि इसके बनन तो बाद मगध 200 सालों ही सब तो महत्वपूर्ण महाजनपद बन गया। रिवर्स सच एज द सोन एंड द गंगा फ्लोड थ्रू मगध, हुण कहते नदियाँ दरिया मगध विचों किहड़े लंघदे सी, सोन ते गंगा वर्गियां नदियाँ मगध विचों वगदियां सन। The network of these rivers was important for transport, water supplies, making the land fertile for crops. So इसका जो इन्हां दरियावां का नैटवर्क आवाजाही, ट्रांसपोर्ट होंदा आवाजाही होगी, वाटर सप्लाईज यानी कि पानी की सप्लाई ली, मेकिंग द लैंड फर्टाइल फॉर क्रॉप्स यानी कि जमीन नूं फसलों के लिए उपजाऊ बनाने लई महत्वपूर्ण सी इन्हां दरियावां का जो नैटवर्क सी। मगध was surrounded by forests and these dense forests were useful for Magad in several ways. मगध जंगलों नाल घिरिया होया सी अते यह संघने जंगल मगध लई कई तरीकों के नाल लाभदायक सन।
ਸੋ ਇਹ ਅਸੀਂ ਦੇਖ ਰਹੇ ਹਾਂ ਮਗਧ ਦੀ ਕੈਪੀਟਲ। ਐਲੀਫੈਂਟਸ ਵਰ ਕੈਪਚਰਡ ਫਰੋਮ ਫੋਰੈਸਟਸ ਐਂਡ ਟ੍ਰੇਨਡ ਫॉर द ਆਰਮੀ। ਹਾਥੀ ਜੰਗਲਾਂ ਤੋਂ ਫੜੇ ਜਾਂਦੇ ਸਨ ਤੇ ਉਹਨਾਂ ਨੂੰ ਫੌਜ ਦੀ ਸਿਖਲਾਈ ਦਿੱਤੀ ਗਈ। ਕਾਰਸ, ਚੈਰੀਓਟਸ ਐਂਡ ਹਾਊਸਿਸ ਵਰ ਬਿਲਟ ਫਰੋਮ ਵੁੱਡ। ਗੱਡੇ, ਰੱਥ ਅਤੇ ਮਕਾਨ ਲੱਕੜ ਤੋਂ ਬਣੇ ਹੋਏ ਸਨ। ਮਗਧ also had iron mines which could be tapped to make strong tools and weapons। ਮਗਧ ਕੋਲ ਲੋਹੇ ਦੀਆਂ ਖਾਣਾਂ ਵੀ ਸਨ ਜੋ ਮਜ਼ਬੂਤ ਸੰਦ ਅਤੇ ਹਥਿਆਰ ਬਣਾਉਣ ਦੇ ਲਈ ਵਰਤੀਆਂ ਜਾਂਦੀਆਂ ਸਨ। So two powerful rulers of Magad were Bimbisara and Ajatashatru। So ਦੋ ਮਗਧ ਦੇ ਦੋ ਸ਼ਕਤੀਸ਼ਾਲੀ ਸ਼ਾਸਕ ਬਿੰਬਿਸਾਰ ਅਤੇ ਅਜਾਤਸ਼ਤਰੂ ਸਨ। They both were expansionist and used all possible means to conquer other ਜਨਪਦਾਸ। ਉਹ ਦੋਵੇਂ ਵਿਸਥਾਰਵਾਦੀ ਸਨ ਅਤੇ ਹੋਰ ਜਨਪਦਾਂ ਨੂੰ ਜਿੱਤਣ ਲਈ ਹਰ ਸੰਭਵ ਢੰਗ ਦੀ ਵਰਤੋਂ ਕਰਦੇ ਸਨ। Now Mahapadmananda was another important ruler of Magad। ਹੁਣ ਮਹਾਪਦਮਾਨੰਦਾ ਮਗਧ ਦਾ ਇੱਕ ਹੋਰ ਮਹੱਤਵਪੂਰਨ ਸ਼ਾਸਕ ਸੀ। ਹਿਸ ਕੰਟਰੋਲ ਵਾਜ਼ ਐਕਸਟੈਂਡਡ ਅਪ ਟੂ ਦ ਨਾਰਥ ਵੈਸਟ ਪਾਰਟ ਆਫ ਇੰਡੀਆ। ਉਸ ਦਾ ਨਿਯੰਤਰਣ ਭਾਰਤ ਦੇ ਉੱਤਰ ਪੱਛਮੀ ਹਿੱਸੇ ਤੱਕ ਫੈਲਾਇਆ ਗਿਆ ਸੀ। ਫॉर ਸੈਵਰਲ ਈਅਰਸ ਕਈ ਸਾਲਾਂ ਤੋਂ ਰਾਜਾ ਗ੍ਰਿਹਾ ਯਾਨੀ ਕਿ ਰਾਜਗ੍ਰਿਹਾ ਪ੍ਰੈਜ਼ੈਂਟ ਡੇ ਰਾਜਗੀਰ ਕਿਹਾ ਜਾਂਦਾ ਹੈ ਵਾਜ਼ ਦ ਕੈਪੀਟਲ ਆਫ ਮਗਧ। ਇਹ ਮਗਧ ਦੀ ਰਾਜਧਾਨੀ ਸੀ ਰਾਜਗ੍ਰਹਿ। ਬਟ ਲੇਟਰ ਪਰ ਬਾਅਦ ਵਿੱਚ ਦ ਕੈਪੀਟਲ ਵਾਜ਼ ਸ਼ਿਫਟਡ ਟੂ ਪਾਟਲੀਪੁੱਤਰ। ਬਾਅਦ ਵਿੱਚ ਰਾਜਧਾਨੀ ਪਾਟਲੀਪੁੱਤਰ ਦੇ ਵਿੱਚ ਤਬਦੀਲ ਹੋ ਗਈ ਯਾਨੀ ਕਿ ਪ੍ਰੈਜ਼ੈਂਟ ਡੇ ਪਟਨਾ। ਹੁਣ ਪਟਨਾ ਕਹਿੰਦੇ ਆਪਾਂ ਉਸ ਜਗ੍ਹਾ ਨੂੰ। ਸੋ ਵਾਜੀ ਵਾਜ਼ ਇਟਸ ਕੈਪੀਟਲ ਵੈਸ਼ਾਲੀ। ਸੋ ਕਹਿੰਦੇ ਕਿ ਵਾਜੀ ਇਸ ਦੀ ਰਾਜਧਾਨੀ ਸੀ। ਵੈਸ਼ਾਲੀ ਇੱਕ ਗਣਤੰਤਰ ਮਹਾਜਨਪਦ ਸੀ। An elected group of people ruled it। ਲੋਕਾਂ ਦੇ ਇੱਕ ਚੁਣੇ ਹੋਏ ਸਮੂਹ ਨੇ ਇਸ ਉੱਤੇ ਰਾਜ ਕੀਤਾ। So this form of government was named ਗਨ ਔਰ ਸੰਗਾ। ਸੋ ਕਹਿੰਦੇ ਕਿ ਸਰਕਾਰ ਦੇ ਇਸ ਰੂਪ ਦਾ ਨਾਂ ਗਨ ਜਾਂ ਸੰਗਾ ਰੱਖਿਆ ਗਿਆ ਸੀ। In a ਗਨ ਔਰ ਸੰਗਾ power was distributed among the members of the group। ਸੋ ਕਹਿੰਦੇ ਇੱਕ ਗਣ ਜਾਂ ਸੰਘ ਵਿੱਚ ਸ਼ਕਤੀ ਸਮੂਹ ਦੇ ਮੈਂਬਰਾਂ ਵਿੱਚ ਵੰਡੀ ਗਈ ਸੀ। This was a unique system in which thousands of men ruled together। Each one was known as a raja। ਇਹ ਵਿਲੱਖਣ ਪ੍ਰਣਾਲੀ ਸੀ ਜਿਸ ਵਿੱਚ ਹਜ਼ਾਰਾਂ ਮਨੁੱਖ ਇਕੱਠੇ ਰਾਜ ਕਰਦੇ ਸਨ। ਹਰ ਇੱਕ ਰਾਜਾ ਵਜੋਂ ਜਾਣਿਆ ਜਾਂਦਾ ਸੀ। ਹਰ ਇੱਕ ਨੂੰ ਹੀ ਰਾਜਾ ਮੰਨਿਆ ਜਾਂਦਾ ਸੀ ਉਸ ਟਾਈਮ। ਸੋ these ਰਾਜਾਸ met in assemblies। ਸੋ ਇਹ ਜੋ ਰਾਜੇ ਸੀ ਇਹ ਸਭਾਵਾਂ ਵਿੱਚ ਮਿਲਦੇ ਸਨ। परफॉर्म्ड रिचुअल्स टुगेदर इकट्ठे ही रस्म निभाते सन। रिवाज रस्मां जो सी वो इकट्ठे निभाते सन। एंड डिसाइडेड इंपॉर्टेंट मैटर्स थ्रू डिबेट्स एंड डिस्कशनस। बहसां विचार वटांदरे द्वारा महत्वपूर्ण मामलों का फैसला करते सन। वुमेन दास एंड कामकार्स वर प्रोहिबिटेड फ्रॉम पार्टिसिपेटिंग इन दीज असैम्बलीज। औरतां दास ਅਤੇ ਦਾਸੀਆਂ ਜਿਸ ਤਰ੍ਹਾਂ ਹੋ ਗਈਆਂ ਐਂਡ ਕੰਮਕਾਰ ਇਹਨੂੰ ਇਹਨਾਂ ਸਭਾਵਾਂ ਵਿੱਚ ਹਿੱਸਾ ਲੈਣ ਦੀ ਮਨਾਹੀ ਸੀ। ਮਹਾਵੀਰ ਐਂਡ ਬੁੱਧ ਬਿਲੋਂਗ ਟੂ ਗਨ ਔਰ ਸੰਗਾ। ਮਹਾਵੀਰ ਅਤੇ ਬੁੱਧ ਗਨ ਜਾਂ ਸੰਗਾ ਦੇ ਨਾਲ ਸੰਬੰਧਿਤ ਸਨ। ਬੁੱਧਿਸਟ ਲਿਟਰੇਚਰ ਪ੍ਰੋਵਾਈਡਸ ਗੁੱਡ ਇਨਫੋਰਮੇਸ਼ਨ ਅਬਾਊਟ ਲਾਈਫ ਇਨ ਦ ਸੰਗਾ। ਬੋਧੀ ਸਾਹਿਤ ਸੰਘ ਵਿਚਲੇ ਜੀਵਨ ਬਾਰੇ ਚੰਗੀ ਜਾਣਕਾਰੀ ਪ੍ਰਦਾਨ ਕਰਦਾ ਹੈ। Many rajas of powerful kingdoms attempted to conquer the Sanghas। ਸੋ ਹੁਣ ਕਹਿੰਦੇ ਕਿ ਸ਼ਕਤੀਸ਼ਾਲੀ ਰਾਜ ਦੇ ਕਈ ਰਾਜਾ ਨੇ ਸੰਘਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ। ਬਟ ਸੰਘਾਸ ਲਾਸਟਡ ਫॉर ਅ ਵੈਰੀ ਲੌਂਗ ਪੀਰੀਅਡ ਆਫ ਟਾਈਮ। ਪਰ ਸੰਘਾ ਬਹੁਤ ਲੰਬੇ ਸਮੇਂ ਤੱਕ ਰਹੇ। ਇਟ ਵਾਜ਼ ਅਬਾਊਟ 1500 ਈਅਰਸ ਅਗੋ। ਇਹ ਲਗਭਗ 1500 ਸਾਲ ਪਹਿਲਾਂ ਦੀ ਗੱਲ ਹੈ। ਦੈਟ ਦ ਲਾਸਟ ਗਨ ਔਰ ਸੰਗਾ ਵਾਜ਼ ਕੰਕਰਡ ਬਾਏ ਦ ਗੁਪਤਾ ਰੂਲਰ। ਕਿ ਆਖਰੀ ਗਨ ਜਾਂ ਸੰਗਾ ਨੂੰ ਗੁਪਤਾ ਸ਼ਾਸਕਾਂ ਨੇ ਜਿੱਤ ਲਿਆ ਸੀ। ਨੈਕਸਟ ਹੈ ਦਿਗਾ ਨਿਕਾਇਆ। ਦਿਗਾ ਨਿਕਾਇਆ इज़ अ फेमस बुद्धिस्ट बुक। दिगा निकाय एक बुक का नाम है, एक प्रसिद्ध बौद्धिक किताब है, बुद्धिस्ट यानी कि बौद्धिक किताब है। इट कंटेन्स सम ऑफ द स्पीचेस ऑफ द बुद्धा। इस विच बुद्ध के कुछ भाषण हैं। इट वॉज रिटन 2300 ईयर्स एगो। यह 2300 साल पहला लिखा गया सी। दिस इज़ एन अकाउंट ऑफ वाजिस फ्रॉम दिगा निकाया।
ਇਹ ਦੀਘਾ ਨਿਕਾਇਆ ਤੋਂ ਵਾਜੀਆਂ ਦਾ ਲੇਖਾ ਜੋਖਾ ਹੈ। Now next, Ajatshatu and the Vajis. Ajatshatu and the Vajis बारे में पढ़ांगे। Ajatshatu wanted to attack the Vajis. जो अजातशत्रु सी वो वाजिस ते हमला करना चाहता सी। He sent his minister named Vasakra to the Buddha to get his advice on the matter. उसने इस मामले बारे अपनी सलाह लैन लिए अपने मंत्री वसाकर नू बुद्ध कोल भेजा। When the Buddha heard from Vasakra that the Vajis met frequently in full assemblies, so कहते कि ਜਦੋਂ ਬੁੱਧ ਨੇ ਵਸਾਕਰਾ ਤੋਂ ਸੁਣਿਆ ਕਿ ਵਾਜੀ ਪੂਰੀਆਂ ਸਭਾਵਾਂ ਵਿੱਚ ਅਕਸਰ ਆਮ ਮਿਲਦੇ ਹਨ ਲੋਕਾਂ ਨੂੰ ਖੁੱਲ੍ਹੇ ਤੌਰ 'ਤੇ, ਤਾਂ ਦੈਨ ਹੀ ਰਿਪਲਾਈਡ, ਤਾਂ ਉਸਨੇ ਜਵਾਬ ਦਿੱਤਾ। ਕਿਸਨੇ ਜਵਾਬ ਦਿੱਤਾ? ਬੁੱਧ ਨੇ। ਦੈਟ ਦ ਵਾਜਿਸ ਵੁੱਡ ਕੰਟੀਨਿਊ ਟੂ ਪ੍ਰੋਸਪਰ ਐਜ਼ ਲੌਂਗ ਐਜ਼, ਤਾਂ ਉਸਨੇ ਜਵਾਬ ਦਿੱਤਾ ਕਿ ਵਾਜੀ ਖੁਸ਼ਹਾਲ ਹੁੰਦੇ ਰਹਿਣਗੇ ਐਜ਼ ਲੌਂਗ ਐਜ਼, ਉਨੀ ਚਿਰ ਜਿੰਨਾ ਚਿਰ ਦੇ ਫੋਲੋਡ ਐਸਟੈਬਲਿਸ਼ਡ ਰੂਲਸ, ਜਿੰਨਾ ਚਿਰ ਉਹਨਾਂ ਨੇ ਸਥਾਪਿਤ ਨਿਯਮਾਂ ਦੀ ਪਾਲਣਾ ਕੀਤੀ। They held full and frequent public assemblies and acted together, ਜਿਨ੍ਹਾਂ ਚਿਰ ਉਹਨਾਂ ਨੇ ਪੂਰੀ ਅਤੇ ਅਕਸਰ ਜਨਤਕ ਅਸੈਂਬਲੀਆਂ ਦੀ ਆਯੋਜਨ ਕੀਤਾ ਅਤੇ ਇਕੱਠਾ ਕੰਮ ਕੀਤਾ, ਉਨੀ ਦੇਰ ਉਹ ਖੁਸ਼ਹਾਲ ਰਹਿਣਗੇ। ਔਰ ਨੰਬਰ 3, they respected, supported and listened to elders, ਜਾਂ ਫਿਰ ਜਿਨ੍ਹਾਂ ਚਿਰ ਉਹਨਾਂ ਨੇ ਬਜ਼ੁਰਗਾਂ ਦਾ ਸਤਿਕਾਰ ਕੀਤਾ, ਸਮਰਥਨ ਕੀਤਾ ਅਤੇ ਉਹਨਾਂ ਨੂੰ ਸੁਣਿਆ ਸਮਝਿਆ। ਵਾਜੀ ਵੂਮਨ were not held by force or captured, ਅਤੇ ਜਦ ਤੱਕ ਵਾਜੀ ਔਰਤਾਂ ਨੂੰ ਜ਼ਬਰਦਸਤੀ ਨਹੀਂ ਫੜਿਆ ਜਾਂਦਾ ਜਾਂ ਨਾ ਹੀ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ। The next, ਚੇਤਿਆਸ were maintained in both towns and villages, ਜਦ ਤੱਕ ਚੇਤਿਆਸ ਬਣਾਏ ਰੱਖੇ ਗਏ ਦੋਵਾਂ ਕਸਬਿਆਂ ਵਿੱਚ ਅਤੇ ਪਿੰਡਾਂ ਵਿੱਚ। And then saints of different beliefs were respected and allowed to enter and leave the country freely, ਤੇ ਵੱਖੋ ਵੱਖਰੇ ਮਾਨਤਾਵਾਂ ਵਾਲੇ ਸੰਤਾਂ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਜਾਂ ਫਿਰ ਉਹਨਾਂ ਨੂੰ ਦੇਸ਼ ਦੇ ਅੰਦਰ ਦਾਖਲ ਹੋਣ ਅਤੇ ਆਜ਼ਾਦੀ ਦੇ ਨਾਲ ਜਾਣ ਦੀ ਆਗਿਆ ਹੋਵੇਗੀ। ਤਾਂ ਉਹਨਾਂ ਚਿਰ ਕੀ ਸੀ ਇਹ ਸਭ ਕੀ ਹੈ? ਬੁੱਧ ਦੁਆਰਾ ਕਿਹਾ ਗਿਆ ਸੀ ਕਿ ਉਹਨਾਂ ਦੇ ਦੇ ਵੁੱਡ ਕੰਟੀਨਿਊ, ਹੂ ਵੁੱਡ ਕੰਟੀਨਿਊ? ਵਾਜਿਸ ਵੁੱਡ ਕੰਟੀਨਿਊ ਟੂ ਪ੍ਰੋਸਪਰ। ਸੋ ਉਨੀ ਦੇਰ ਉਹ ਜੋ ਵਾਜੀ ਹੈ ਉਹ ਖੁਸ਼ਹਾਲ ਹੁੰਦੇ ਰਹਿਣਗੇ ਜਿੰਨਾ ਚਿਰ ਉਹ ਸਭ ਇਹ ਰੂਲਸ ਫੋਲੋ ਕਰਨਗੇ।